देश दुनिया की हर वड्डी खबर के लिए हुणे डाउनलोड करो नंबर 1 न्यूज़ ऐप दैनिक सवेरा टाइम्स। देखो मैं मुबारक देना चाहांगा फाइनेंस मिनिस्टर ਨੂੰ ਕਿ ਇਹਨਾਂ ਨੇ ਬਜਟ ਘੱਟ ਲਿਆਂਦਾ ਇਲੈਕਸ਼ਨ ਮੈਨੀਫੈਸਟੋ ਜ਼ਿਆਦਾ ਲਿਆਂਦਾ। ਜਿੰਨੀ ਵੀ ਅਨਾਉਂਸਮੈਂਟ ਹੋਈ ਹੈ ਬੇਸਿਕਲੀ ਇਹ ਜਿਹੜੀ ਆਉਣ ਵਾਲੀਆਂ ਸਟੇਟਾਂ ਹੁੰਦੀਆਂ ਦੇ ਇਲੈਕਸ਼ਨਸ ਨੂੰ ਹੋਈ ਹੈ। ਪੰਜਾਬ ਨੂੰ ਕੋਈ ਰੇਲਵੇ ਵਿੱਚ ਕੋਈ ਪ੍ਰੋਜੈਕਟ ਨਹੀਂ ਦਿੱਤਾ ਗਿਆ, ਕੋਈ ਨਵੀਂ ਰੇਲ ਲਾਈਨ ਨਹੀਂ ਦਿੱਤੀ ਗਈ, ਕੋਈ ਸਾਨੂੰ ਸੜਕ ਕੋਈ ਨਵੀਂ ਨਹੀਂ ਦਿੱਤੀ ਗਈ, ਨੈਸ਼ਨਲ ਹਾਈਵੇਜ਼ ਦੇ ਵਿੱਚ ਕੋਈ ਇਨਫਰਾਸਟ੍ਰਕਚਰ 'ਚ ਨਹੀਂ ਦਿੱਤਾ ਗਿਆ। ਤੇ ਕਿਸਾਨਾਂ ਦੇ ਉੱਤੇ ਜਿਹੜੀ ਇੰਨੀ ਦੇਰ ਦੀ ਡਿਮਾਂਡ ਹੈ ਕਿ ਜਿਹੜੇ 3 ਕਾਲੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਲਿਆ ਜਾਏ ਤੇ ਉਹਦੇ ਉੱਤੇ ਕੋਈ ਚਰਚਾ ਨਹੀਂ ਹੋਈ। ਤੁਸੀਂ ਮੈਨੂੰ ਦੱਸੋ ਇਹ ਜਿਹੜਾ ਹੁਣ ਟੈਕਸ ਇਹਨੇ ਅਸੈਸ ਲਾਇਆ ਕੰਪਨੀਆਂ ਨੇ ਆਪਣੀ ਜੇਬ ਚੋਂ ਤੇ ਦੇਣਾ ਨਹੀਂ, ਅਲਟੀਮੇਟਲੀ ਤੇ ਕਸਟਮਰ ਤੱਕ ਤੇ ਕੰਜ਼ਿਊਮਰ ਤੱਕ ਹੀ ਆ ਜਾਣਾ ਜੀ। ਇਹ ਚੰਦ ਦਿਨ ਤੁਸੀਂ ਵੇਖੋਗੇ ਫਿਰ ਤੇਲ ਤੇ ਡੀਜ਼ਲ ਹੋਰ ਵੱਧਦਾ ਰਹੇਗਾ। ਜਿਸ ਤਰ੍ਹਾਂ ਪੁਰਾਣੀ ਕਿਤਾਬ ਦੇ ਉੱਤੇ ਨਵਾਂ ਕਾਗਜ਼ ਚਾੜ ਕੇ ਉਹਨੂੰ ਪੇਸ਼ ਕੀਤਾ ਜਾਂਦਾ ਹੈ, ਰੀਪੈਕੇਜਿੰਗ ਕੀਤੀ ਗਈ ਹੈ। ਹੋਰ ਸਪੈਸ਼ਲੀ ਆਪਣੇ ਸੂਬੇ ਵਾਸਤੇ ਤੇ ਮੈਨੂੰ ਕੋਈ ਵੱਡੀ ਗੱਲ ਇਹਦੇ 'ਚ ਨਜ਼ਰ। ਸਾਲ 2021-22 ਵਾਸਤੇ ਅੱਜ ਯੂਨੀਅਨ ਬਜਟ ਪੇਸ਼ ਹੋਇਆ ਹੈ ਤੇ ਮੇਰੇ ਨਾਲ ਇਸ ਵਕਤ ਪ੍ਰਤਾਪ ਸਿੰਘ ਬਾਜਵਾ ਨੇ। ਗੱਲਬਾਤ ਕਰਾਂਗੇ, ਸਮਝਾਂਗੇ ਵੀ ਸਾਰੀ ਚੀਜ਼ਾਂ। ਬਾਜਵਾ ਸਾਹਿਬ, ਸਰਕਾਰ ਕਹਿ ਰਹੀ ਕਿ ਬਹੁਤ ਵਧੀਆ ਬਜਟ ਅਸੀਂ ਲਿਆਂਦਾ ਹੈ, ਹੈਲਥ ਸੈਕਟਰ ਤੋਂ ਲੈ ਕੇ ਕ੍ਰਿਸ਼ੀ ਵਾਸਤੇ MSP ਤੇ 1.5 ਗੁਣਾ ਤੇ ਵੀ ਅਸੀਂ ਚੀਜ਼ ਖਰੀਦਾਂਗੇ, ਪ੍ਰਯਾਸ ਕਰਾਂਗੇ। ਇਹ ਚੀਜ਼ਾਂ ਕਹੀਆਂ ਤੁਸੀਂ ਦੇਖਿਆ ਸਾਰੇ, ਕਿਸ ਤਰ੍ਹਾਂ ਦੇਖ ਰਹੇ ਹੋ? ਦੇਖੋ ਮੈਂ ਮੁਬਾਰਕ ਦੇਣਾ ਚਾਹਾਂਗਾ ਫਾਈਨੈਂਸ ਮਿਨਿਸਟਰ ਨੂੰ ਕਿ ਇਹਨਾਂ ਨੇ ਬਜਟ ਘੱਟ ਲਿਆਂਦਾ ਇਲੈਕਸ਼ਨ ਮੈਨੀਫੈਸਟੋ ਜ਼ਿਆਦਾ ਲਿਆਂਦਾ। ਜੇ ਚੰਗੀ ਤਰ੍ਹਾਂ ਵੇਖਿਆ ਜਾਏ ਤਾਂ ਜਿਹੜੇ 5 ਰਾਜਾਂ ਦੇ ਵਿੱਚ ਆਉਂਦੇ ਮਹੀਨਿਆਂ ਵਿੱਚ ਇਲੈਕਸ਼ਨਾਂ ਹੋਣੀਆਂ ਨੇ, ਜਿਸ ਤਰ੍ਹਾਂ ਬੰਗਾਲ ਹੈ, ਅਸਾਮ ਹੈ, ਕੇਰਲਾ ਹੈ, ਤਾਮਿਲਨਾਡੂ ਹੈ, ਉਹਨਾਂ ਸੂਬਿਆਂ ਵਾਸਤੇ ਤੁਸੀਂ ਵੇਖੋ ਇਨਫਰਾਸਟ੍ਰਕਚਰ 'ਚ ਹਾਈਵੇ ਜੇ ਬਣ ਰਹੇ ਨੇ, ਸੜਕਾਂ ਜੇ ਬਣ ਰਹੀਆਂ ਨੇ, ਪਤਾ ਨਹੀਂ ਉਦੋਂ ਬਣਨੀਆਂ ਕਿ ਨਹੀਂ ਬਣਨੀਆਂ, ਬਟ ਜਿੰਨੀ ਵੀ ਅਨਾਉਂਸਮੈਂਟ ਹੋਈ ਹੈ ਬੇਸਿਕਲੀ ਇਹ ਜਿਹੜੀ ਆਉਣ ਵਾਲੀਆਂ ਸਟੇਟਾਂ ਹੁੰਦੀਆਂ ਦੇ ਇਲੈਕਸ਼ਨਸ ਨੂੰ ਹੋਈ ਹੈ। ਮੈਂ ਪੰਜਾਬ ਦੀ ਗੱਲ ਹੀ ਕਰਨਾ, ਆਪਾਂ ਹਿੰਦੁਸਤਾਨ ਦੀ ਗੱਲ ਬਾਅਦ 'ਚ ਕਰਾਂਗੇ। ਪੰਜਾਬ ਨੂੰ ਕੋਈ ਰੇਲਵੇ ਵਿੱਚ ਕੋਈ ਪ੍ਰੋਜੈਕਟ ਨਹੀਂ ਦਿੱਤਾ ਗਿਆ, ਕੋਈ ਨਵੀਂ ਰੇਲ ਲਾਈਨ ਨਹੀਂ ਦਿੱਤੀ ਗਈ, ਕੋਈ ਸਾਨੂੰ ਸੜਕ ਕੋਈ ਨਵੀਂ ਨਹੀਂ ਦਿੱਤੀ ਗਈ, ਨੈਸ਼ਨਲ ਹਾਈਵੇਜ਼ ਦੇ ਵਿੱਚ ਕੋਈ ਇਨਫਰਾਸਟ੍ਰਕਚਰ 'ਚ ਨਹੀਂ ਦਿੱਤਾ ਗਿਆ। ਤੇ ਕਿਸਾਨਾਂ ਦੇ ਉੱਤੇ ਜਿਹੜੀ ਇੰਨੀ ਦੇਰ ਦੀ ਡਿਮਾਂਡ ਹੈ ਕਿ ਜਿਹੜੇ 3 ਕਾਲੇ ਕਾਨੂੰਨ ਨੇ ਉਹਨਾਂ ਨੂੰ ਵਾਪਸ ਲਿਆ ਜਾਏ ਤੇ ਉਹਦੇ ਉੱਤੇ ਕੋਈ ਚਰਚਾ ਨਹੀਂ ਹੋਈ। ਇਹੀ ਗੱਲ ਕਹਿਤੀ ਹੈ, ਫਿਰ ਸੈਸ ਲਾ ਦਿੱਤਾ ਪੈਟਰੋਲ ਤੇ ਡੀਜ਼ਲ ਦੇ ਸੈਸ ਲਾ ਦਿੱਤਾ। ਸਾਰਿਆਂ ਨੂੰ ਪਹਿਲੇ ਮੇਰਾ ਖਿਆਲ ਇਹ ਸਾਰੇ ਏਸ਼ੀਆ ਦੇ ਵਿੱਚ ਜੇ ਸਾਰਿਆਂ ਨੂੰ ਵੱਧ ਗਵਰਨਮੈਂਟ ਦਾ ਟੈਕਸ ਹੈ ਤੇ ਆਪਣੇ ਤੇਲ ਦੇ ਉੱਤੇ ਹੈ ਜੀ। ਆਲਰੇਡੀ ਜ਼ਿਮੀਂਦਾਰਾਂ ਨੂੰ ਤੇ ਸਾਡੀ ਟ੍ਰੇਡ ਨੂੰ ਬਹੁਤ ਮਹਿੰਗਾ ਇਹ ਸਾਰਾ ਕੁਝ ਪੈਂਦਾ। ਹੁਣ ਇਹ ਗੱਲ ਕਹਿ ਦਿੱਤੀ ਕਿ ਸਿੱਧਾ ਕੰਜ਼ਿਊਮਰ ਨੂੰ ਨਹੀਂ ਲਾਇਆ, ਅਸੀਂ ਕੰਪਨੀਆਂ ਨੂੰ ਲਾ ਦਿੱਤਾ। ਤੁਸੀਂ ਮੈਨੂੰ ਦੱਸੋ ਇਹ ਜਿਹੜਾ ਹੁਣ ਟੈਕਸ ਇਹਨੇ ਅਸੈਸ ਲਾਇਆ ਕੰਪਨੀਆਂ ਨੇ ਆਪਣੀ ਜੇਬ ਚੋਂ ਤੇ ਦੇਣਾ ਨਹੀਂ, ਅਲਟੀਮੇਟਲੀ ਤੇ ਕਸਟਮਰ ਤੱਕ ਤੇ ਕੰਜ਼ਿਊਮਰ ਤੱਕ ਹੀ ਆ ਜਾਣਾ ਜੀ। ਇਹ ਚੰਦ ਦਿਨ ਤੁਸੀਂ ਵੇਖੋਗੇ ਫਿਰ ਤੇਲ ਤੇ ਡੀਜ਼ਲ ਹੋਰ ਵੱਧਦਾ ਰਹੇਗਾ। ਡਾਇਰੈਕਟ ਸਿੱਧੇ ਤੌਰ ਗਵਰਨਮੈਂਟ ਨੇ ਆਪਣੇ ਖਾਤੇ ਨਹੀਂ ਪਾਇਆ, ਕੰਪਨੀਆਂ ਨੂੰ ਟੈਕਸ ਸੈਸ ਲਾ ਦਿੱਤਾ ਤੇ ਕੰਪਨੀਆਂ ਹੁਣ ਤੁਹਾਨੂੰ ਲਾ ਦੇਣਗੀਆਂ। ਮੈਨੂੰ ਦੱਸੋ ਇਹਦੇ 'ਚ ਹੈ ਕੀ ਹੈ ਜੀ? ਮੈਨੂੰ ਤਾਂ ਕੋਈ ਨਵੀਂ ਚੀਜ਼ ਇਹਦੇ 'ਚ ਨਜ਼ਰ ਆਈ ਨਹੀਂ। ਇਹ ਕੈਮੋਫਲਾਜ ਕਰਕੇ ਨਵੀਂ, ਜਿਸ ਤਰ੍ਹਾਂ ਪੁਰਾਣੀ ਕਿਤਾਬ ਦੇ ਉੱਤੇ ਨਵਾਂ ਕਾਗਜ਼ ਚਾੜ ਕੇ ਉਹਨੂੰ ਪੇਸ਼ ਕੀਤਾ ਜਾਂਦਾ ਹੈ, ਰੀਪੈਕੇਜਿੰਗ ਕੀਤੀ ਗਈ ਹੈ। ਹੋਰ ਸਪੈਸ਼ਲੀ ਆਪਣੇ ਸੂਬੇ ਵਾਸਤੇ ਤੇ ਮੈਨੂੰ ਕੋਈ ਵੱਡੀ ਗੱਲ ਇਹਦੇ 'ਚ ਨਜ਼ਰ ਨਹੀਂ। ਕਹਿ ਰਹੇ ਨੇ ਕਿ ਅਸੀਂ MSP ਤੋਂ 1.5 ਗੁਣਾ ਤੇ ਖਰੀਦ ਕਰਨ ਦਾ ਪ੍ਰਯਾਸ ਕਰਾਂਗੇ। ਰਿਕਾਰਡ ਅਸੀਂ ਸਰਕਾਰੀ ਖਰੀਦ ਕੀਤੀ ਹੈ, MSP ਤੇ ਖਰੀਦ ਹੁੰਦੀ ਰਹੇਗੀ। ਇਹ ਕਿਹਾ ਗਿਆ। ਚਲੋ ਜੇ ਹੁੰਦੀ ਰਹੇਗੀ ਤੇ ਚੰਗੀ ਗੱਲ ਹੈ। ਅਸੀਂ ਤਾਂ ਕਦੋਂ ਕਹਿ ਰਹੇ ਹਾਂ ਕਿ ਮਾੜੀ ਗੱਲ ਹੈ। ਜੇ ਕਹਿੰਦੇ ਨੇ ਕਹਿਣੀ ਤੇ ਕਥਨੀ 'ਚ ਫਰਕ ਬੜਾ, ਕਹਿਣੀ ਤੇ ਕਥਨੀ 'ਚ ਫਰਕ ਬੜਾ। ਜੇ ਆ ਲੈਣ ਤੋਂ ਵੇਖੋ, ਮੈਨੂੰ ਤੇ ਸਾਰੀ ਇਸ ਬਜਟ ਦੇ ਵਿੱਚ ਇਹੀ ਨਜ਼ਰ ਆਇਆ ਕਿ ਬੇਸਿਕਲੀ 5 ਸੂਬੇ ਜਿਨ੍ਹਾਂ 'ਚ ਇਲੈਕਸ਼ਨਾਂ ਹੋਣੀਆਂ ਉਹਨਾਂ ਨੂੰ ਵੂ ਕਰਨ ਦਾ, ਉਹਨਾਂ ਨੂੰ ਰਾਜ਼ੀ ਕਰਨ ਦਾ ਸਾਰਾ ਬਜਟ ਹੈ। ਦੇਸ਼ ਵਾਸਤੇ, ਨੌਜਵਾਨਾਂ ਵਾਸਤੇ ਤੁਸੀਂ ਮੈਨੂੰ ਦੱਸੋ ਬੇਰੁਜ਼ਗਾਰੀ ਨੂੰ ਦੂਰ ਕਰਨ ਵਾਸਤੇ ਕੀ ਕੀਤਾ ਗਿਆ? ਕੁਝ ਵੀ ਇਹਦੇ ਵਿੱਚ ਹੈ ਨਹੀਂ। ਕੋਈ ਰਾਹਤ ਜਿਹੜੀ ਮਿਡਲ ਕਲਾਸ ਨੂੰ ਮਿਲਣੀ ਚਾਹੀਦੀ ਸੀ ਉਹ ਕੋਈ ਨਹੀਂ ਹੈ। ਕੋਈ ਸਟੂਡੈਂਟਸ ਨੂੰ ਦੱਸੋ ਕਿਹੜੀ ਰਾਹਤ ਦਿੱਤੀ ਗਈ? ਕੋਈ ਨਹੀਂ ਹੈ। ਕੋਈ ਕਿਸਾਨੀ ਨੂੰ ਦੱਸੋ, ਸਾਡੀ ਕੋਈ ਖਾਦ ਸਸਤੀ ਕੀਤੀ ਗਈ, ਸਾਡੀ ਕੀੜੇ ਮਾਰ ਦਵਾਈਆਂ ਪੈਸਟੀਸਾਈਡ ਸਾਡਾ ਸਸਤਾ ਕੀਤਾ ਗਿਆ, ਸਾਡਾ ਪੈਟਰੋਲ ਡੀਜ਼ਲ ਜਿਹੜਾ ਸਾਡਾ ਬੁਨਿਆਦੀ ਖਰਚਾ ਉਹ ਸਸਤਾ ਕੀਤਾ। ਉਹ ਸਾਰੇ ਮਹਿੰਗੇ ਹੋ ਰਹੇ ਨੇ ਤੇ ਬਜਟ ਤੇ ਆਪਣੇ ਆਪ ਦੇ ਵਿੱਚ ਆਪਣੇ ਆਪ ਹੀ ਆਪਣੀ ਤੌੜੀ ਕੁੱਟਣ ਵਾਲੀ ਗੱਲ ਹੈ। 10 'ਚ ਕਿੰਨਾ ਨੰਬਰ ਦੋਗੇ ਇਹਨਾਂ ਨੂੰ ਬਜਟ ਦੇ? 2। ਹਾਂਜੀ। ਇਹ ਚਲੋ ਬਜਟ ਦੀ ਗੱਲ ਹੋ ਗਈ। ਬਾਕੀ ਗੱਲ ਕਰੀਏ, ਤੁਹਾਡੇ ਵੱਲੋਂ ਲੈਟਰ ਵੀ ਲਿਖਿਆ ਗਿਆ ਸੀ ਅੱਜ। ਮਾਹੌਲ ਵੀ ਕਾਫੀ ਗਰਮਾਇਆ ਹੋਇਆ।
ਕਿ ਜਿਹੜੇ 26 ਜਨਵਰੀ ਤੋਂ ਬਾਅਦ ਕੁਝ ਮੁੰਡੇ ਗਾਇਬ ਹੋ ਗਏ, ਉਹ ਵਾਪਸ ਨਹੀਂ ਉਹਨੇ ਟਰੇਸ ਹੋ ਰਹੇ ਨੇ, ਉਹਨੂੰ ਲੈ ਕੇ ਤੁਸੀਂ ਲੈਟਰ ਵੀ ਲਿਖਿਆ ਹੈ, ਕੀ ਮੰਗ ਕਰਦੇ ਹੋ? ਦੇਖੋ, ਮੈਂ ਤੇ ਸਾ ਸ਼ਮਸ਼ੇਰ ਸਿੰਘ ਦੁੱਲੋ ਨੇ ਹੋਮ ਮਿਨਿਸਟਰ ਸਾਹਿਬ ਕੋ ਟਾਈਮ ਵੀ ਮੰਗਿਆ। ਉਹ ਅੱਜ ਮਿਲਦਾ, ਕੱਲ ਮਿਲਦਾ ਜਾਂ ਪਰਸੋਂ ਮਿਲਦਾ, ਤੇ ਹੁਣ ਹੋਮ ਮਿਨਿਸਟਰ ਤੇ ਡਿਪੈਂਡ ਕਰਦਾ। ਉਹਦੇ ਵਿੱਚ ਇਹੀ ਅਸੀਂ ਮਸਲਾ ਚੁੱਕਣ ਜਾ ਰਹੇ ਕਿ 100 ਨੂੰ ਵੀ ਵੱਧ ਨੇ ਤੇ ਸੋਸ਼ਲ ਮੀਡੀਆ ਤੇ ਬਹੁਤ ਹੀ ਦੁਖਦਾਈ ਇਹੋ ਜਿਹੇ ਵੀਡੀਓ ਵੇਖੇ ਗਏ ਨੇ ਜਿਹਦੇ ਵਿੱਚ ਸਾਡੇ ਪੰਜਾਬ ਦੇ ਨੌਜਵਾਨ ਕਿਸਾਨ ਬੱਚਿਆਂ ਨਾਲ ਬਹੁਤ ਵੱਡੇ ਪੈਮਾਨੇ ਤੇ ਅਤਿਆਚਾਰ ਕੀਤਾ ਗਿਆ। ਸਾਡੇ ਤਰਾਈ ਦੇ ਵਿੱਚ ਬੱਚੇ ਜਿਹੜੇ ਨੇ ਉਹਨਾਂ ਨਾਲ ਅਤਿਆਚਾਰ ਕੀਤਾ ਗਿਆ, ਲਾਠੀ ਚਾਰਜ ਨਹੀਂ ਕੀਤਾ ਗਿਆ, ਬੇਰਹਿਮੀ ਨਾਲ ਜਿਸ ਤਰ੍ਹਾਂ ਜਾਨਵਰਾਂ ਨੂੰ ਕੁੱਟਿਆ ਤੇ ਮਾਰਿਆ ਜਾਂਦਾ, ਇਸ ਤਰ੍ਹਾਂ ਕੀਤਾ ਗਿਆ। ਸਾਨੂੰ ਇਸ ਗੱਲ ਦਾ ਬੜਾ ਅਫਸੋਸ ਹੈ ਕਿ ਸਾਰੇ ਅਸੀਂ ਹਿੰਦੁਸਤਾਨੀ ਹਾਂ। ਸਾਡਾ ਸੂਬਾ ਇਹੋ ਜਿਹਾ ਜਿੱਥੇ ਘੱਟ ਤੋਂ ਘੱਟ ਹਰ 15ਵੇਂ ਦਿਨ ਇੱਕ ਸਾਡਾ ਨੌਜਵਾਨ ਬੱਚਾ ਜਿਹੜਾ ਤਿਰੰਗੇ ਵਿੱਚ ਲਿਪਟ ਕੇ ਤਰੱਕੀ ਕਰਦਾ, ਆਪਣੀ ਮਹਾਨ ਕੁਰਬਾਨੀ ਦਿੰਦਾ ਹੋਇਆ, ਲਿਪਟਿਆ ਹੋਇਆ ਤਿਰੰਗੇ ਦੇ ਵਿੱਚ ਉਹਦੀ ਬੋਡੀ ਆਉਂਦੀ ਹੈ। ਤੇ ਕੀ ਸਾਡਾ ਦੇਸ਼ ਜਾਂ ਦੇਸ਼ ਦੀਆਂ ਜਿਹੜੀਆਂ ਫੋਰਸਿਸ ਨੇ, ਸਪੈਸ਼ਲੀ ਦਿੱਲੀ ਪੁਲਿਸ ਜਿਹੜੀ ਹੈ, ਉਹ ਜਾਨਵਰਾਂ ਵਰਗਾ ਸਾਡੇ ਬੱਚਿਆਂ ਦੇ ਨਾਲ ਜਿਹੜੇ ਪ੍ਰੋਟੈਸਟ 'ਤੇ ਆਏ ਨੇ ਉਹਨਾਂ ਨਾਲ ਇਸ ਕਿਸਮ ਦਾ ਤਾਲੁਕ ਕਰੇ, ਤੇ ਇਹ ਤਾਂ ਮੈਂ ਸਮਝਦਾ ਬਹੁਤ ਮਾੜੀ ਗੱਲ ਹੈ। ਇਹ ਤਾਂ ਹਿਊਮਨ ਜਿਹੜੇ ਰਾਈਟਸ ਹੈ ਨੇ ਕਿਸੇ ਦੇਸ਼ ਦੇ ਵਿੱਚ, ਉਹਦੀ ਬੜੀ ਭਾਰੀ ਉਲੰਘਣਾ ਹੈ। ਤੋ ਇਹਦੇ ਵਾਸਤੇ ਅਸੀਂ ਹੋਮ ਮਿਨਿਸਟਰ ਨੂੰ ਮਿਲ ਰਿਹਾ, ਤਾਂ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਵੀ ਬੇਨਤੀ ਕੀਤੀ ਹੈ ਕਿ ਤੁਹਾਡੇ ਕੋਲ ਐਡਵੋਕੇਟ ਜਨਰਲ ਹੈ, ਉਹਦੇ ਕੋਲ 250-300 ਆਪਣਾ ਵਕੀਲ ਹੈ, ਉਹਦਾ ਹੈੱਡ ਆਫਿਸ ਇੱਕ ਦਿੱਲੀ ਵਿੱਚ ਹੈ। ਤੁਹਾਨੂੰ ਹੁਣ ਤੱਕ ਇਹ ਸਾਰੇ ਬੰਦੇ ਇੱਥੇ ਸ਼ਿਫਟ ਕਰ ਦੇਣੇ ਚਾਹੀਦੇ ਸੀ। ਜਿਹੜੇ ਬੱਚਿਆਂ ਨੂੰ ਜ਼ਮਾਨਤਾਂ ਦੀ ਲੋੜ ਹੈ, ਜਿਹੜੇ ਬੰਦਿਆਂ ਨੂੰ ਲੀਗਲ ਏਡ ਦੀ ਲੋੜ ਹੈ, ਗਵਰਨਮੈਂਟ ਆਫ ਪੰਜਾਬ ਨੂੰ ਅੱਗੇ ਆਉਣਾ ਚਾਹੀਦਾ। ਦੂਜੀ ਗੱਲ, ਉਹਨੇ ਆਲ ਪਾਰਟੀ ਮੀਟਿੰਗ ਬੁਲਾਈ ਹੈ, ਉਹ ਮੈਂ ਉਹਨਾਂ ਨੂੰ ਬੇਨਤੀ ਕੀਤੀ ਹੈ ਚੀਫ ਮਿਨਿਸਟਰ ਸਾਹਿਬ ਨੂੰ ਕਿ ਸਾਰਾ ਐਕਸ਼ਨ ਤੇ ਦਿੱਲੀ 'ਚ ਹੋ ਰਿਹਾ। ਤੁਸੀਂ ਚੰਡੀਗੜ੍ਹ ਦੇ ਵਿੱਚ ਆਲ ਪਾਰਟੀ ਮੀਟਿੰਗ ਕਰਕੇ ਕੀ ਕਰੋਗੇ? ਉਹ ਜਿਹੜੀ ਪੰਜਾਬ ਭਵਨ ਚੰਡੀਗੜ੍ਹ ਕਰਨੀ ਹੈ, ਉਹ ਸ਼ਿਫਟ ਕਰੋ ਕਪੂਰਥਲਾ ਹਾਊਸ ਜਾਂ ਪੰਜਾਬ ਭਵਨ ਦਿੱਲੀ ਦੇ ਵਿੱਚ। ਪ੍ਰਾਈਮ ਮਿਨਿਸਟਰ ਇੱਥੇ ਨੇ, ਕਿਸਾਨ ਜਥੇਬੰਦੀਆਂ ਇੱਥੇ ਨੇ, ਲੱਖਾਂ ਬੰਦੇ ਤੁਹਾਡੇ ਸੂਬੇ ਦੇ ਇੱਥੇ ਬੈਠੇ ਨੇ, ਪਾਰਲੀਮੈਂਟ ਚੱਲ ਰਹੀ ਹੈ, ਪ੍ਰੈਸ਼ਰ ਤੇ ਗਵਰਨਮੈਂਟ ਆਫ ਇੰਡੀਆ ਨਾਲ ਪਾਉਣ ਦੀ ਲੋੜ ਹੈ। ਤੇ ਦੂਜੀ ਗੱਲ ਮੈਂ ਚੀਫ ਮਿਨਿਸਟਰ ਸਾਹਿਬ ਨੂੰ ਕਹੀ, ਤੁਸੀਂ ਟਾਈਮ ਮੰਗੋ ਮੋਦੀ ਜੀ ਕੋ। 15 ਦਿਨ ਮੋਦੀ ਸਾਹਿਬ ਹੁਣ ਇੱਥੇ ਨੇ, ਪਾਰਲੀਮੈਂਟ ਦੌਰਾਨ ਉਹਨੇ ਇੱਥੇ ਰਹਿਣਾ। ਤੁਸੀਂ ਟਾਈਮ ਮੰਗੋ, ਸਾਰੀ ਪਾਰਟੀਆਂ ਦੇ ਆਲ ਪਾਰਟੀ ਮੈਂਬਰਸ ਆਫ ਪਾਰਲੀਮੈਂਟ ਨਾਲ ਲੈ ਕੇ ਜਾਓ। ਉੱਥੇ ਮੋਦੀ ਸਾਹਿਬ ਨੂੰ ਇਹ ਗੱਲ ਕਹੋ ਕਿ ਜੀ 11 ਰਾਊਂਡ ਦੀਆਂ ਟਾਕਸ ਹੋ ਚੁੱਕੀਆਂ, 11ਵੇਂ ਰਾਊਂਡ ਦੀਆਂ ਗੱਲਾਂ ਬਾਤਾਂ ਤੋਂ ਬਾਅਦ ਕਿਸਾਨ ਤੇ ਤੁਹਾਡੀ ਤੋਮਰ ਸਾਹਿਬ ਦੀ ਗੱਲ ਨਾਲ ਸਹਿਮਤ ਨਹੀਂ ਹੋਇਆ। ਤੇ ਤੁਸੀਂ ਇਹੋ ਜਿਹੀ ਗੱਲ ਸਾਨੂੰ ਸਮਝਾ ਦਿਓ ਕਿਹੜੀ ਚੰਗੀ ਹੈ, ਅਸੀਂ ਉਹਨਾਂ ਨੂੰ ਕਹੀਏ ਵਾਪਸ ਆਓ, ਜਾਂ ਤੁਸੀਂ ਉਹਨਾਂ ਨਾਲ ਸਹਿਮਤ ਹੋ, ਆਪਣੇ ਇਹ ਕਾਨੂੰਨ ਵਾਪਸ ਲੈ ਲਓ, ਨਵੇਂ ਕਾਨੂੰਨ 2 ਸਾਲ ਬਾਅਦ ਫੇਰ ਲੈ ਆਓ। ਤੁਸੀਂ ਜੋ ਕਹਿ ਰਹੇ ਹੋ 2 ਸਾਲ ਵਾਸਤੇ ਅਸੀਂ ਇਹਨਾਂ ਨੂੰ ਕਾਨੂੰਨ ਜਿਹੜੇ ਨੇ ਉਹਨਾਂ ਨੂੰ ਰੁਕਾਵਟ ਲਾ ਦਿੰਦੇ ਹਾਂ, ਉਹਨਾਂ ਨੂੰ ਦੇਸ਼ ਦੇ ਵਿੱਚ ਸਮਝੋ ਕਾਨੂੰਨਾਂ ਮੁਤਾਬਕ ਚੱਲ, ਅਸੀਂ ਉਹਨੂੰ ਰੋਕ ਲਾ ਦਿੰਦੇ। ਤੇ ਰੋਕ ਲਾਉਣ ਦੇ ਬਜਾਏ ਇਹ ਬੈਟਰ ਨਹੀਂ ਕਿ ਤੁਸੀਂ ਵਾਪਸ ਲਓ, ਫਰਾਖ ਦਿਲੀ ਵਿਖਾਓ। ਪ੍ਰਾਈਮ ਮਿਨਿਸਟਰ ਸਾਹਿਬ ਨੇ ਇਹ ਗੱਲ ਕਹੀ, ਮੈਂ ਇੱਕ ਫੋਨ ਅਵੇ ਹਾਂ ਕਿ ਮੈਂ ਟੈਲੀਫੋਨ ਇੱਕ ਕਾਲ ਅਵੇ ਹਾਂ, ਬਜਾਏ ਤੁਸੀਂ ਉਹਨਾਂ ਨੂੰ ਇੰਤਜ਼ਾਰ ਕਰੋ ਉਹਨਾਂ ਦੀ ਕਾਲ ਦਾ। ਉਹਨਾਂ ਕੋਲ ਤਾਂ ਕਿਸੇ ਕੋਲ ਤੁਹਾਡਾ ਟੈਲੀਫੋਨ ਨੰਬਰ ਹੈ ਨਹੀਂ, ਤੁਹਾਡੇ ਕੋਲ ਤਾਂ ਹੁਣ ਸਾਰਿਆਂ ਦੇ ਨੰਬਰ ਹੈ ਨੇ। ਸਾਰੇ ਮੈਂਬਰਸ ਆਫ ਪਾਰਲੀਮੈਂਟ ਨੂੰ ਸੱਦੋ, ਸਾਰੇ ਸਟੇਕ ਹੋਲਡਰ ਚੀਫ ਮਿਨਿਸਟਰ ਸੱਦੋ, ਕਿਸਾਨ ਜਥੇਬੰਦੀਆਂ ਨੂੰ ਸੱਦੋ, ਉਹਨਾਂ ਨੂੰ ਕਹੋ ਕਿ ਜੇ ਤੁਹਾਡੀ ਸਹਿਮਤੀ ਨਹੀਂ ਹੈ, ਮੈਂ ਤਾਂ ਤੁਹਾਡੇ ਬਿਹਤਰੀ ਵਾਸਤੇ ਕੀਤਾ ਹੈ, ਜੇ ਤੁਹਾਡੀ ਤਸੱਲੀ ਨਹੀਂ ਹੈ ਤਾਂ ਅਸੀਂ ਵਾਪਸ ਲੈ ਲੈਂਦੇ ਹਾਂ। ਨਵੇਂ ਸਿਰੋਂ ਜਦੋਂ ਲੈ ਕੇ ਆਵਾਂਗੇ ਉਦੋਂ ਤੁਹਾਡੀ ਸਾਰਿਆਂ ਦੀ ਬਕਾਇਦਾ ਤੌਰ ਸਹਿਮਤੀ ਕਰਾ ਕੇ ਗੱਲਬਾਤ ਕਰਕੇ ਤੁਹਾਡੇ ਵਿਚਾਰ ਲੈ ਕੇ ਫਿਰ ਹੀ ਅਸੀਂ ਨਵੇਂ ਕਾਨੂੰਨ ਲੈ ਕੇ ਆਵਾਂਗੇ। ਰਾਜ ਸਭਾ ਦੀ ਗੱਲ ਕਰੀਏ, ਤੁਸੀਂ ਕਾਫੀ ਮਸਲਾ ਚੱਕਦੇ ਰਹੇ ਹੋ, ਪਹਿਲਾਂ ਵੀ ਚੱਕਿਆ, ਇਸ ਵਾਰ ਕਿਸਾਨੀ ਦਾ ਮਸਲਾ, ਇਹ ਸਾਰੇ ਮਸਲੇ ਕਿਸ ਤਰ੍ਹਾਂ ਚੱਕੋਗੇ? ਤੇ ਵੇਖੋ, ਫੋਰਮ ਹੈ ਪਾਰਲੀਮੈਂਟ ਦੇ ਵਿੱਚ, ਫਲੋਰ ਆਫ ਦੀ ਹਾਊਸ। ਪਾਰਲੀਮੈਂਟ ਦੇ ਬਾਹਰ ਅਸੀਂ ਕੋਈ ਚੀਜ਼ ਲੈ ਕੇ ਖੜੇ ਹੋ ਜੀ, ਉਹਦੇ ਨਾਲ ਗੱਲ ਨਹੀਂ ਹੁੰਦੀ। ਉਹਨੇ ਦੀ ਫੋਟੋ ਆਫ ਤੇ ਹੋ ਸਕਦੀ ਹੈ, ਬਟ ਜਿਹੜੀ ਔਨ ਰਿਕਾਰਡ ਜਾਣੀ ਹੈ, ਜਿਹੜੀ ਗਵਰਨਮੈਂਟ ਨੇ ਤੁਹਾਡੀ ਗੱਲ ਸੁਣਨੀ ਹੈ, ਫਿਰ ਉਸ ਗੱਲ ਦਾ ਤੁਹਾਡੇ 'ਤੇ ਜਵਾਬ ਦੇਣਾ ਹੈ। ਜਿਹੜਾ ਸਾਰੇ ਦੁਨੀਆ ਦੇ ਵਿੱਚ ਲੋਕਾਂ ਨੇ ਤੁਹਾਡੀ ਦਲੀਲ ਸੁਣਨੀ, ਤਾਂ ਉਸ ਦੇ ਨਾਲ ਦਲੀਲ ਨਾਲ ਕਾਇਲ ਕਰਨ ਦੀ ਲੋੜ ਹੈ। ਸਰਕਾਰ ਜਿਹੜੀ ਹੈ ਲੋਕਾਂ ਦੇ ਵਿੱਚ ਜਾਣੀ ਚਾਹੀਦੀ ਗੱਲ ਕਿ ਆਪੋਜੀਸ਼ਨ ਦੀ ਜਿਹੜੀ ਗੱਲ ਹੈ ਉਹਦੇ ਦਲੀਲ ਹੈ ਤੇ ਗਵਰਨਮੈਂਟ ਨੂੰ ਮੰਨਣੀ ਚਾਹੀਦੀ ਹੈ। ਤੇ ਅਸੀਂ ਫਲੋਰ ਆਫ ਦੀ ਹਾਊਸ 'ਤੇ ਆਪਣੀ ਗੱਲ ਰੱਖਾਂਗੇ ਤੇ ਜ਼ੋਰ ਨਾਲ ਰੱਖਾਂਗੇ। ਬਿਲਕੁਲ, ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨੇ ਕਿ ਫਲੋਰ ਆਫ ਦਾ ਹਾਊਸ 'ਚ ਗੱਲਬਾਤ ਰੱਖੀ ਜਾਏਗੀ ਕਿਸਾਨੀ ਵਾਲੀ, ਤੇ ਬਜਟ ਨੂੰ 10 ਵਿੱਚ ਸਿਰਫ 2 ਨੰਬਰ ਦੇ ਰਹੇ ਨੇ। ਦਿੱਲੀ ਤੋਂ ਕੈਮਰਾਮੈਨ ਲਕਸ਼ਣ ਨਾਲ ਨਿਤਿਨ ਮਾਨ, ਦੈਨਿਕ ਸਵੇਰਾ ਟੀਵੀ।
ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक इन्हां चोरा ठग्गां तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटियां विच समाधान फ्री 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 मियां रफीक मोहम्मद मोबाइल 84 374 94647 84 374 94648। ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਨੰਬਰ 1 ਨਿਊਜ਼ ਐਪ ਦੈਨਿਕ ਸਵੇਰਾ ਟਾਈਮਜ਼।